after VBT we are having the concept of overlapping, that one is also given by the VBT। ठीक है, VBT ने वो concept ਆਪਾਂ ਨੂੰ ਦਿੱਤਾ ਸੀ overlapping ਦਾ। overlapping ਕੀ ਹੁੰਦੀ ਹੈ? merging। ठीक है, तो partial merging कह ਦਿੰਦੇ ਆਪਾਂ, partial merge of orbitals के orbitals ਜਿਹੜੇ ਹੈਗੇ ਇੱਕ ਦੂਸਰੇ ਚੋਂ merge ਕਰ ਜਾਂਦੇ ਆ partially, not पूरा। overlapping है ਜਿਹੜੀ, overlapping ਦਾ ਕਰਕੇ ਕੋਵਾਲੈਂਟ ਬੌਂਡ ਬਣਦਾ ਆਪਣੇ ਕੋਲੇ। ठीक है, overlapping leads to the formation of covalent bond। ਇੱਥੇ ਆਪਾਂ ਕੋਵਲੈਂਟ ਬੌਂਡ ਦੀ ਫਾਰਮੇਸ਼ਨ ਹੀ ਕਰਨੀ ਹੈ, ਮਤਲਬ ਕਿ ਜਿਹੜੀ ਓਵਰਲੈਪਿੰਗ ਆਰਬਿਟਲਸ ਦੀ ਉਹ ਕਿਹਨੂੰ ਫਾਰਮ ਕਰਦੀ ਹੈ? ਕੋਵਾਲੈਂਟ ਬੌਂਡ ਨੂੰ। ਐਜ਼ ਅਕੋਰਡਿੰਗ ਟੂ VBT ਨਾਲ ਆਪਾਂ ਪੜ੍ਹਿਆ ਸੀ ਕਿ ਜਦੋਂ ਮੋਲੀਕਿਊਲ ਨੇ ਬਣਨਾ ਹੈ ਤਾਂ ਉਹਦੇ ਜਿਹੜੇ ਐਟਮਸ ਨੇ, ਆ ਦੋਨੋਂ ਐਟਮ ਨੇ, ਠੀਕ ਹੈ, ਕਿਸੇ ਵੀ ਮੋਲੀਕਿਊਲ ਦੇ ਦੋਨੋਂ ਐਟਮ ਨੇ, ਉਹ ਦੋਨੋਂ ਐਟਮ ਜਦੋਂ ਆਪਣੇ ਕੋਲੇ ਕਲੋਜ਼ ਆਉਂਦੇ ਆ, ठीक है, ਆਪਾਂ ਹੀ ਪੜ੍ਹਿਆ ਸੀ ਵੀ VBT ਕਹਿੰਦੀ ਸੀ ਵੀ ਐਟਮਸ ਕਲੋਜ਼ ਆਉਂਦੇ ਆ, ਕਲੋਜ਼ ਹੋਣ ਤੋਂ ਬਾਅਦ ਉਹਨਾਂ 'ਚ ਬੌਂਡ ਬਣਦਾ। ਐਟਮਸ ਜਦੋਂ ਕਲੋਜ਼ ਅਪਰੋਚ ਕਰਦੇ ਆ ਤਾਂ ਆਰਬਿਟਲਸ ਓਵਰਲੈਪ ਟੂ ਫਾਰਮ ਦਾ ਬੌਂਡ। ਕਿ ਆਰਬਿਟਲਸ ਓਵਰਲੈਪ ਕਰਦੇ ਆ, ਕਿਉਂ ਕਰਦੇ ਆ? ਕਿ ਉਹ ਕੀ ਕਰਦੇ ਆ? ਬੌਂਡ ਬਣਾਉਂਦੇ ਆ। ਕਿਹੜੇ ਆਰਬਿਟਲ ਓਵਰਲੈਪ ਕਰਦੇ ਆ? ਜਿਹੜੇ ਵੈਲੈਂਸ ਸ਼ੈੱਲ ਵਾਲੇ ਹੁੰਦੇ ਆ। ਵੈਲੈਂਸ ਸ਼ੈੱਲ ਦੇ ਵਿੱਚ ਵੀ ਕੰਡੀਸ਼ਨ ਹੈ ਕਿ ਉਹ ਹਾਫ ਫਿਲਡ ਵਿਦ ਆਪੋਜ਼ਿਟ ਸਪਿਨ ਇਲੈਕਟ੍ਰੋਨਸ, ਕਿ ਉਹਨਾਂ ਦੇ ਵਿੱਚ ਜਿਹੜਾ ਹਾਫ ਫਿਲਡ ਹੋਣ ਅਤੇ ਉਹਨਾਂ ਦੀ ਸਪਿਨ ਕੀ ਹੋਵੇ? ਅਪੋਜ਼ਿਟ ਹੋਵੇ। ਠੀਕ ਹੈ, ਜਦੋਂ ਇਸ ਤੋਂ ਬਾਅਦ ਇਹ ਬੌਂਡ ਬਣਾਉਂਦੇ ਆ ਅਤੇ ਪੇਅਰਿੰਗ ਆਫ ਇਲੈਕਟ੍ਰੋਨ ਹੋ ਜਾਂਦੀ ਹੈ, ਕਿਉਂਕਿ ਦੋਨੋਂ ਹਾਫ ਫਿਲਡ ਨੇ, ਇੱਕ ਉਹਦੇ ਕੋਲ ਇਲੈਕਟ੍ਰੋਨ ਹੈ, ਇੱਕ ਆਰਬਿਟਲ, ਇੱਕ ਇਲੈਕਟ੍ਰੋਨ ਦੂਸਰੇ ਕੋਲ ਹੈ, ਤਾਂ ਦੋਨੋਂ ਜਦੋਂ ਮਿਲ ਜਾਂਦੇ ਆ ਤਾਂ ਉਹਨਾਂ ਦੀ ਕੀ ਹੋ ਜਾਂਦੀ ਹੈ? ਪੇਅਰਿੰਗ ਹੋ ਜਾਂਦੀ ਹੈ। ਮੀਨ ਜਦੋਂ ਪੇਅਰਿੰਗ ਹੁੰਦੀ ਹੈ ਉਦੋਂ ਬੌਂਡ ਬਣਦਾ। ਠੀਕ ਹੈ, ਪੇਅਰਿੰਗ ਆਫ ਪੇਅਰਿੰਗ ਆਫ ਇਲੈਕਟ੍ਰੋਨ ਟੇਕਸ ਪਲੇਸ ਅਤੇ ਬੌਂਡ ਬਣ ਜਾਂਦਾ। ਠੀਕ ਹੈ, ਇਹ ਜਿਹੜਾ ਬੌਂਡ ਹੈ, ਹੁਣ ਆਪਾਂ ਕੀ ਕਹਿੰਦੇ ਕਿ ਇੱਥੇ ਆਪੋਜ਼ਿਟ ਸਪਿਨ ਕਿਉਂ ਹੋਣੀ ਚਾਹੀਦੀ ਹੈ? ਸਿਰਫ ਅਤੇ ਸਿਰਫ ਆਪਾਂ ਆਪੋਜ਼ਿਟ ਸਪਿਨ ਦੀ ਗੱਲ ਕਿਉਂ ਕਰਦੇ ਹਾਂ? ਕਿਉਂਕਿ ਦੇਖੋ ਅਟੋਮਿਕ ਆਰਬਿਟਲਸ ਹੈ, ਅਟੋਮਿਕ ਆਰਬਿਟਲ ਕੀ ਹੁੰਦੇ ਆ? ਆਰਬਿਟਲਸ ਆਫ ਐਟਮਸ। ਮੋਲੀਕਿਊਲਰ ਆਰਬਿਟਲ ਕੀ ਹੁੰਦੇ ਆ? ਆਰਬਿਟਲਸ ਆਫ ਮੋਲੀਕਿਊਲ। ਕਿਉਂਕਿ ਓਵਰਲੈਪਿੰਗ ਦੇ ਨਾਲ ਜਿਹੜਾ ਕੋਵਾਲੈਂਟ ਬੌਂਡ ਬਣਨਾ, ਉਹ ਬੌਂਡ ਕਿਹਦਾ ਬਣਨਾ? ਮੋਲੀਕਿਊਲ ਦਾ ਹੀ ਬਣਨਾ ਅਲਟੀਮੇਟਲੀ। ਐਟਮਸ ਨੇ ਮਿਲ ਕੇ ਮੋਲੀਕਿਊਲ ਹੀ ਬਣਾਉਣਾ ਹੈ। ਦੈਟ ਮੀਨਸ ਜਿਹੜੇ ਐਟਮ ਦੇ ਆਰਬਿਟਲ ਹੋਣਗੇ ਉਹ ਮੋਲੀਕਿਊਲ ਦੇ ਆਰਬਿਟਲ 'ਚ ਕਨਵਰਟ ਹੋ ਜਾਣਗੇ ਓਵਰਲੈਪਿੰਗ ਤੋਂ ਬਾਅਦ। ਤਾਂ ਉਹ ਓਵਰਲੈਪਿੰਗ ਕਿਵੇਂ ਆ? ਜਿਵੇਂ ਆਹ ਦੋ ਆਰਬਿਟਲ ਨੇ ਆਪਣੇ ਕੋਲੇ, ਇੱਕ ਆਰਬਿਟਲ ਇਹ ਆ, ਇੱਕ ਆਰਬਿਟਲ ਇਹ ਵਾਲਾ, ਇਹ ਦੋਨੋਂ ਓਵਰਲੈਪ ਕੀਤੇ। ਮੰਨ ਲਓ ਇਹਨਾਂ ਕੋਲੇ ਦੋਨਾਂ ਕੋਲੇ ਇਲੈਕਟ੍ਰੋਨ ਹੈਗੇ ਆ ਸੇਮ ਸਪਿਨ ਦੇ। ਉਹ ਜਦੋਂ ਸੇਮ ਸਪਿਨ ਦੇ ਇਲੈਕਟ੍ਰੋਨ ਆ ਉਹ ਬੌਂਡ ਨਹੀਂ ਬਣਾਉਂਦੇ। ਆਪੋਜ਼ਿਟ ਸਪਿਨ ਵਾਲੇ ਜਿਹੜੇ ਹੈਗੇ ਆ ਉਹ ਬੌਂਡ ਬਣਾਉਣਗੇ। ਕਿਉਂ? ਕਿਉਂਕਿ ਇਹਨਾਂ ਨੇ ਬੌਂਡ ਜਿਹੜਾ ਹੈਗਾ ਆਪੋਜ਼ਿਟ ਸਪਿਨ ਵਾਲੇ ਇਲੈਕਟ੍ਰੋਨਸ ਨੇ ਪੇਅਰਿੰਗ ਕਿੱਥੇ ਕਰਨੀ ਆ? ਜਾ ਕੇ ਮੋਲੀਕਿਊਲਰ ਆਰਬਿਟਲ 'ਚ ਕਰਨੀ ਹੈ। ਅਤੇ ਮੋਲੀਕਿਊਲਰ ਆਰਬਿਟਲ ਕਿੱਥੋਂ ਬਣਨਗੇ? ਓਵਰਲੈਪਿੰਗ ਤੋਂ। ਅਤੇ ਆਪਾਂ ਨੂੰ ਪਤਾ ਹੈਗਾ ਤਾਂ ਇਹ ਆਰਬਿਟਲ ਹੀ ਹੈ ਕਿ ਇੱਕ ਆਰਬਿਟਲ 'ਚ ਦੋ ਇਲੈਕਟ੍ਰੋਨ ਹੋਣੇ ਚਾਹੀਦੇ ਅਕੋਰਡਿੰਗ ਟੂ ਪੌਲੀ ਐਕਸਕਲੂਜ਼ਨ ਪ੍ਰਿੰਸੀਪਲ ਵਿਦ ਆਪੋਜ਼ਿਟ ਸਪਿਨ। ਮੋਲੀਕੂਲਰ ਆਰਬਿਟਲ ਜਦੋਂ ਇਲੈਕਟ੍ਰੋਨਸ ਆਹੀ ਇਲੈਕਟ੍ਰੋਨ ਆਉਣਗੇ ਅਟੋਮਿਕ ਆਰਬਿਟਲ ਵਾਲੇ ਹੀ, ਤਾਂ ਉਹ ਆਪੋਜ਼ਿਟ ਸਪਿਨ ਦੇ ਐਗਜ਼ਿਸਟ ਕਰਨਗੇ, ਨਾ ਕਿ ਉਹ ਸੇਮ ਵਾਲੇ ਐਗਜ਼ਿਸਟ ਕਰਨਗੇ। ਕਿਉਂਕਿ ਜੇ ਸੇਮ ਵਾਲੇ ਹੋ ਗਏ ਤਾਂ ਆਹ ਸਿਚੁਏਸ਼ਨ ਹੋ ਜੂਗੀ, ਅਤੇ ਇਹ ਸਿਚੁਏਸ਼ਨ ਗਲਤ ਹੈ, ਇਹ ਐਕਸੈਪਟੇਬਲ ਨਹੀਂ ਹੈਗੀ, ਅਤੇ ਆਹ ਐਕਸੈਪਟੇਬਲ ਹੈ। ਇਹਦੇ ਨਾਲ ਹੀ ਬੌਂਡ ਬਣੂਗਾ। ਠੀਕ ਹੈ, ਤਾਂ ਕਰਕੇ ਆਪਣੇ ਕੋਲੇ ਆਪੋਜ਼ਿਟ ਸਪਿਨ ਦੇ ਇਲੈਕਟ੍ਰੋਨ ਹੋਣੇ ਚਾਹੀਦੇ ਆ, ਕਿਉਂਕਿ ਪੇਅਰਿੰਗ ਜਾ ਕੇ ਮੋਲੀਕੂਲਰ ਆਰਬਿਟਲ 'ਚ ਹੋਣੀ ਚਾਹੀਦੀ ਹੈ, ਅਤੇ ਆਰਬਿਟਲ ਦੇ ਵਿੱਚ ਦੋ ਇਲੈਕਟ੍ਰੋਨ ਹੋ ਸਕਦੇ ਆ, ਐਂਡ ਦੈਟ ਟੂ ਵਿਦ ਆਪੋਜ਼ਿਟ ਸਪਿਨ। ਠੀਕ ਹੈ, ਤਾਂ ਜਿਵੇਂ ਆਪਾਂ H2 ਮੋਲੀਕਿਊਲ ਦੇਖਿਆ ਸੀ, ਇਹਦਾ 1s ਆਰਬਿਟਲ ਹੈ, ਇਹ 1s ਅਟੋਮਿਕ ਆਰਬਿਟਲ ਨੇ। ਇਹ ਦੋਨੋਂ ਅਟੋਮਿਕ ਆਰਬਿਟਲ ਮਿਲ ਕੇ ਕੀ ਬਣਾਉਂਦੇ ਆ? ਮੋਲੀਕੂਲਰ ਆਰਬਿਟਲ। ਮੋਲੀਕੂਲਰ ਆਰਬਿਟਲ ਦੀ ਸ਼ੇਪ ਕੰਪਲੈਕਸ ਹੁੰਦੀ ਆ, ਉਹ ਕਿਵੇਂ ਬਣਦੇ ਆ? ਇਹ ਸਾਰਾ ਆਪਾਂ ਮੋਲੀਕੂਲਰ ਆਰਬਿਟਲ ਥਿਊਰੀ 'ਚ ਪੜ੍ਹਾਂਗੇ, MOT 'ਚ, ਜਿਹੜਾ ਲਾਸਟ ਟੋਪਿਕ ਹੈ। ਇਸ ਤੋਂ ਬਾਅਦ ਹਾਈਬ੍ਰਿਡਾਈਜੇਸ਼ਨ ਆਊਗੀ, ਹਾਈਬ੍ਰਿਡਾਈਜੇਸ਼ਨ ਤੋਂ ਬਾਅਦ ਵਾਲਾ ਟੋਪਿਕ ਹੋਏਗਾ ਉਹ। ਠੀਕ ਹੈ, ਤਾਂ ਇਹਦੇ ਵਿੱਚ ਹੁਣ ਆਪਣੇ ਕੋਲੇ ਓਵਰਲੈਪਿੰਗ ਕਰਕੇ ਮੋਲੀਕੂਲਰ ਆਰਬਿਟਲ ਬਣਦੇ ਆ, ਅਤੇ ਉਹਨਾਂ 'ਚ ਸਪਿਨ ਆ ਜਿਹੜੀ ਉਹ ਆਪੋਜ਼ਿਟ ਹੋਣੀ ਚਾਹੀਦੀ ਹੈ। ਓਵਰਲੈਪਿੰਗ ਦੋ ਟਾਈਪ ਦੀ ਹੈ, ਹੈਡ ਟੂ ਹੈਡ ਅਤੇ ਸਾਈਡ ਵਾਈਜ਼। ਠੀਕ ਹੈ, ਓਵਰਲੈਪਿੰਗ ਆਪਾਂ ਨੂੰ ਬੌਂਡ ਦੀ ਸਟਰੈਂਥ ਵੀ ਦੱਸਦੀ ਆ ਕਿ ਬੌਂਡ ਜੇ ਇਹ ਓਵਰਲੈਪਿੰਗ ਜ਼ਿਆਦਾ ਤਾਂ ਬੌਂਡ ਸਟਰੋਂਗ ਹੈ, ਜੇ ਓਵਰਲੈਪਿੰਗ ਘੱਟ ਹੈ ਤਾਂ ਬੌਂਡ ਵੀਕ ਹੁੰਦਾ। ਠੀਕ ਹੈ, ਇਹ ਚੀਜ਼ ਯਾਦ ਰੱਖਣੀ ਹੈ, ਇੰਪੋਰਟੈਂਟ ਹੈ। ਹੈਡ ਟੂ ਹੈਡ ਅਤੇ ਸਾਈਡ ਵਾਈਜ਼ ਦੋ ਟਾਈਪ ਦੀ ਓਵਰਲੈਪਿੰਗ ਹੈ। ਠੀਕ ਹੈ, ਇਹਨਾਂ ਦੋ ਟਾਈਪ ਦੇ ਬੇਸ 'ਤੇ ਅੱਗੇ ਆਪਣੇ ਕੋਲੇ ਦੋ ਟਾਈਪ ਦੇ ਬੌਂਡ ਬਣਦੇ ਆ, ਕੋਵਾਲੈਂਟ ਬੌਂਡ। ਠੀਕ ਹੈ, ਕਿਉਂਕਿ ਓਵਰਲੈਪਿੰਗ ਨਾਲ ਕੋਵਾਲੈਂਟ ਬੌਂਡ ਹੀ ਬਣਦੇ ਆ, ਅਤੇ ਜੇ ਓਵਰਲੈਪਿੰਗ ਦੋ ਤਰੀਕਿਆਂ ਨਾਲ ਹੋਊਗੀ ਤਾਂ
ਦੋਨੋਂ ਹੀ ਅਲੱਗ-ਅਲੱਗ ਜਿਹੜੇ ਟਾਈਪ ਦੇ ਬੌਂਡ ਹੈ ਉਹ ਬਣਾਉਣਗੇ। ਇਹਦੇ ਬੇਸ ਤੇ ਦ ਟਾਈਪਸ ਆਫ ਕੋਵੈਲੈਂਟ ਬੌਂਡ ਔਨ ਦ ਬੇਸਿਸ ਆਫ ਓਵਰਲੈਪਿੰਗ, ਦੋ ਬੌਂਡ ਨੇ, ਸਿਗਮਾ ਬੌਂਡ ਹੈ ਤੇ ਪਾਈ ਬੌਂਡ ਹੈ। ਠੀਕ ਹੈ, ਜਿਹੜਾ ਸਿਗਮਾ ਬੌਂਡ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ, ਇਹ ਹੈਡ ਟੂ ਹੈਡ ਜਾਂ ਐਕਸੀਅਲ ਓਵਰਲੈਪਿੰਗ ਆਫ ਆਰਬਿਟਲਸ ਦੇ ਨਾਲ ਬਣਦਾ। ਹੈਡ ਟੂ ਹੈਡ ਜਾਂ ਐਕਸੀਅਲ ਓਵਰਲੈਪਿੰਗ ਦੇ ਨਾਲ ਬਣਦਾ। ਟਾਈਪਸ ਆਫ ਓਵਰਲੈਪਿੰਗ ਆ ਗਈਆਂ ਅੱਗੇ ਆਪਣੇ ਕੋਲੇ, ਐਸ ਓਵਰਲੈਪਿੰਗ। ਐਸ ਕੀ ਸਿਗਮਾ ਬੌਂਡ ਆ, ਕਿਹੜੀਆਂ ਕਿਹੜੀਆਂ ਓਵਰਲੈਪਿੰਗਸ ਦੇ ਨਾਲ ਬਣਦਾ, ਕਿਹੜੀ ਕਿਹੜੀ ਪੋਸੀਬਿਲਿਟੀ ਹੈ ਓਵਰਲੈਪਿੰਗ ਦੀ। ਤਾਂ ਪਹਿਲੀ ਹੈਗੀ ਆ ਐਸ ਓਵਰਲੈਪਿੰਗ। ਇਹਦੇ ਵਿੱਚ ਦੋਨੋਂ ਐਸ ਆਰਬਿਟਲ ਓਵਰਲੈਪ ਕਰਨਗੇ। ਇਹਦੇ ਵਿੱਚ ਦੋਨੋਂ ਐਸ ਆਰਬਿਟਲ ਓਵਰਲੈਪ ਕਰਦੇ ਆ। 1s ਹੋ ਗਏ ਜਾਂ 1s 2s ਹੋ ਗਿਆ, ਮੀਨਸ ਦੋਨੋਂ ਐਸ ਆਰਬਿਟਲ ਜਿਹੜੇ ਹੈਗੇ ਆ ਸੇਮ ਵੀ ਹੋ ਸਕਦੇ ਆ ਅਤੇ ਡਿਫਰੈਂਟ ਵੀ ਹੋ ਸਕਦੇ ਆ। ਕਰਨਗੇ ਐਸ ਹੀ, ਚਾਹੇ 1s ਹੋ ਜਾਣ, ਚਾਹੇ 2s ਹੋ ਜਾਣ, ਚਾਹੇ 1s 3s ਹੋ ਜਾਣ। ਜ਼ਿਆਦਾ ਐਨਰਜੀ ਦਾ ਡਿਫਰੈਂਸ ਤਾਂ ਪਊਗਾ ਨਹੀਂ, ਉਹ ਵੀ ਅੱਗੇ ਪੜ੍ਹਾਂਗੇ ਆਪਾਂ। ਠੀਕ ਹੈ, ਤਾਂ ਐਸ ਆਰਬਿਟਲ ਹੋ ਗਿਆ। ਅਤੇ ਇਹ ਜਦੋਂ ਐਸ ਅਤੇ ਐਸ ਆਰਬਿਟਲ ਓਵਰਲੈਪ ਕਰਦੇ ਆ ਤਾਂ ਓਵਰਲੈਪ ਰੀਜਨ ਨੂੰ ਮੈਂ ਸ਼ੇਡ ਕਰਤਾ। ਇਹ ਇੱਕ ਦੂਜੇ ਦੇ ਨਾਲ ਕੀ ਕਰ ਲੈਂਦੇ ਆ, ਓਵਰਲੈਪ, ਅਤੇ ਜਿਹੜਾ ਇਹ ਬੌਂਡ ਬਣਦਾ ਇੱਥੇ ਬਣਦਾ ਸਿਗਮਾ। ਦੂਸਰੀ ਓਵਰਲੈਪਿੰਗ ਦੀ ਪੋਸੀਬਿਲਿਟੀ ਹੈਗੀ ਕਿ ਇੱਕ ਐਸ ਆਰਬਿਟਲ ਹੋਵੇ, ਇੱਕ ਪੀ ਹੋਵੇ, ਅਤੇ ਉਹਦਾ ਨਾਂ ਕੀ ਬਣ ਗਿਆ, ਐਸ ਪੀ ਓਵਰਲੈਪਿੰਗ। ਇੱਕ ਐਸ ਆਰਬਿਟਲ ਹੈ, ਇੱਕ ਕੀ ਹੈ, ਪੀ ਹੈ, ਉਹ ਇਸ ਤਰੀਕੇ ਨਾਲ ਓਵਰਲੈਪ ਕਰ ਲੈਣਗੇ। ਇੱਥੇ ਵੀ ਜਿਹੜਾ ਬੌਂਡ ਬਣੂਗਾ ਉਹ ਕੀ ਬਣੂਗਾ, ਸਿਗਮਾ ਬਣੇਗਾ। ਠੀਕ ਹੈ, ਉਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਪੀ ਓਵਰਲੈਪਿੰਗ, ਕਿ ਦੋਨੋਂ ਆਰਬਿਟਲ ਪੀ ਹੋਣ। ਅਗੇਨ ਇਹ ਵੀ ਦੋਨੋਂ ਪੀ ਸੇਮ ਹੋ ਸਕਦੇ ਆ ਜਾਂ ਡਿਫਰੈਂਟ ਹੋ ਸਕਦੇ ਆ। ਤਾਂ ਆਹ ਪੀ ਆ ਗਿਆ, ਆ ਵੀ ਪੀ ਆਰਬਿਟਲ ਹੈ, ਆ ਵੀ ਪੀ ਹੈ, ਅਤੇ ਇਹਨਾਂ ਵਿੱਚ ਜਿਹੜਾ ਬੌਂਡ ਬਣਦਾ ਓਵਰਲੈਪਿੰਗ ਦੇ ਨਾਲ ਉਹ ਕੀ ਬਣਦਾ, ਸਿਗਮਾ ਬੌਂਡ। ਜਿਹੜਾ ਬੌਂਡ ਬਣ ਰਿਹਾ ਇਹ ਸਿਗਮਾ ਬੌਂਡ ਬਣਦਾ। ਠੀਕ ਹੈ, ਤਾਂ ਸਿਗਮਾ ਬੌਂਡ ਮਤਲਬ ਕੀ ਹੈ ਕਿ ਆਪਣੇ ਕੋਲੇ ਤਿੰਨ ਟਾਈਪ ਦੀਆਂ ਓਵਰਲੈਪਿੰਗ ਨਾਲ ਬਣਦਾ। ਐਸ ਓਵਰਲੈਪਿੰਗ, ਐਸ ਪੀ ਓਵਰਲੈਪਿੰਗ, ਪੀ ਓਵਰਲੈਪਿੰਗ। ਉਸ ਤੋਂ ਬਾਅਦ ਸੈਕਿੰਡ ਆ ਗਿਆ ਪਾਈ ਬੌਂਡ। ਪਾਈ ਬੌਂਡ ਬਣਦਾ ਸਾਈਡ ਵਾਈਜ਼ ਓਵਰਲੈਪਿੰਗ ਦੇ ਨਾਲ। ਠੀਕ ਹੈ, ਜਿਹੜੀ ਆਪਾਂ ਸੈਕਿੰਡ ਟਾਈਪ ਪੜ੍ਹੀ ਸੀ, ਅਤੇ ਇਹਦੇ ਵਿੱਚ ਸਿਰਫ ਅਤੇ ਸਿਰਫ ਪੀ ਆਰਬਿਟਲ ਹੈ ਜਿਹੜੀ ਇੱਕ ਹੀ ਟਾਈਪ ਦੀ ਓਵਰਲੈਪਿੰਗ ਪੋਸੀਬਲ ਹੈ। ਉਹ ਕਿਹੜੀ ਹੈ, ਪੀ ਓਵਰਲੈਪਿੰਗ। ਮੀਨਸ ਇਹਦੇ 'ਚ ਦੋਨੋਂ ਬੋਥ ਪੀ ਆਰਬਿਟਲ ਹੁੰਦੇ ਆ ਜਿਹੜੇ ਓਵਰਲੈਪ ਕਰਦੇ ਆ, ਬੋਥ ਪੀ ਆਰਬਿਟਲ ਓਵਰਲੈਪ। ਠੀਕ ਹੈ, ਤਾਂ ਆਹ ਚੀਜ਼ ਆ ਗਈ ਇਸ ਤਰੀਕੇ ਨਾਲ। ਹੁਣ ਇਹ ਨੀਚੇ ਵਾਲੀ ਲੋਬ ਨੀਚੇ ਵਾਲੀ ਨਾਲ ਓਵਰਲੈਪ ਕਰਦੀ ਆ, ਉੱਪਰ ਵਾਲੀ ਨਾਲ, ਅਤੇ ਇੱਥੇ ਸੈਂਟਰ 'ਚ ਕੀ ਰਹਿੰਦਾ, ਗੈਪ ਰਹਿੰਦਾ ਇਹਦੇ ਵਿੱਚ। ਠੀਕ ਹੈ, ਇਹਦੇ 'ਚ ਐਸ ਆਰਬਿਟਲ ਪਾਰਟੀਸੀਪੇਟ ਨਹੀਂ ਕਰਦੇ ਪਾਈ ਬੌਂਡਿੰਗ ਦੇ ਵਿੱਚ। ਕਿਉਂ ਨਹੀਂ ਕਰਦੇ, ਕਿਉਂਕਿ ਐਸ ਆਰਬਿਟਲ ਦੀ ਸ਼ੇਪ ਹੈਗੀ ਹੈ ਸਫੈਰੀਕਲ, ਸਮਿਟਰੀਕਲ ਹੈ। ਤੁਸੀਂ ਕਿਸੇ ਵੀ ਸਾਈਡ ਤੋਂ ਇਹਨਾਂ ਦੀ ਜੇ ਉਹ ਆਪਣੀ ਕਰੋਗੇ ਓਵਰਲੈਪਿੰਗ ਕਰੋਗੇ ਤਾਂ ਹਮੇਸ਼ਾ ਹੈਡ ਟੂ ਹੈਡ ਆਏਗੀ। ਇਹਦੇ 'ਚ ਦੇਖੋ ਗੈਪ ਪੈਂਦਾ ਸਾਈਡ ਵਾਈਜ਼ ਦੇ ਵਿੱਚ। ਜੇ ਤੁਸੀਂ ਇਹਨਾਂ ਨਾਲ ਓਵਰਲੈਪ ਕਰੋਗੇ ਤਾਂ ਕਿਤੇ ਵੀ ਗੈਪ ਨਹੀਂ ਪਊਗਾ। ਜੇ ਗੈਪ ਨਹੀਂ ਪਊਗਾ ਦੈਟ ਮੀਨਸ ਸਾਈਡ ਵਾਈਜ਼ ਓਵਰਲੈਪਿੰਗ ਨਹੀਂ ਹੈਗੀ। ਉਹ ਕਿਹੜੀ ਓਵਰਲੈਪਿੰਗ ਹੈ, ਹੈਡ ਟੂ ਹੈਡ। ਤਾਂ ਕਰਕੇ ਐਸ ਆਰਬਿਟਲ ਹਮੇਸ਼ਾ ਸਿਗਮਾ ਬੌਂਡ ਬਣਾਊਗਾ, ਪਾਈ ਬੌਂਡ ਨਹੀਂ ਬਣਾਊਗਾ। ਠੀਕ ਹੈ, ਉਸ ਤੋਂ ਬਾਅਦ ਆਪਣੇ ਕੋਲੇ ਮੰਨ ਲਓ ਸਿੰਗਲ ਬੌਂਡ ਹੈ ਤਾਂ ਉਹ ਸਿਗਮਾ ਬੌਂਡ ਹੁੰਦਾ ਹਮੇਸ਼ਾ। ਜੇ ਸਿੰਗਲ ਬੌਂਡ ਹੈ ਨਾ ਤਾਂ ਉਹ ਹਮੇਸ਼ਾ ਆਪਣੇ ਕੋਲੇ ਕੀ ਹੁੰਦਾ, ਸਿਗਮਾ ਬੌਂਡ ਹੁੰਦਾ। ਅਤੇ ਜੇ ਡਬਲ ਬੌਂਡ ਆ ਉਹਦੇ 'ਚੋਂ ਇੱਕ ਸਿਗਮਾ ਇੱਕ ਪਾਈ। ਟ੍ਰਿਪਲ ਬੌਂਡ ਇੱਕ ਸਿਗਮਾ ਅਤੇ ਦੋ ਪਾਈ ਬੌਂਡ ਹੋਣਗੇ ਉਹਦੇ 'ਚ। ਜੇ ਇਕੱਲਾ ਬੌਂਡ ਉਹ ਹਮੇਸ਼ਾ ਸਿਗਮਾ ਹੋਊਗਾ, ਪਾਈ ਨਹੀਂ ਹੋਊਗਾ। ਇਸ ਚੀਜ਼ ਦਾ ਰੀਜ਼ਨ ਅੱਗੇ ਆਪਾਂ ਹਾਈਬ੍ਰਿਡਾਈਜੇਸ਼ਨ 'ਚ ਡਿਸਕਸ ਕਰਾਂਗੇ। ਠੀਕ ਹੈ, ਤਾਂ ਉੱਥੇ ਡਿਸਕਸ ਕਰਾਂਗੇ ਆਪਾਂ ਹਾਈਬ੍ਰਿਡਾਈਜੇਸ਼ਨ ਦੇ ਵਿੱਚ। ਔਰ ਆਪਾਂ ਨੂੰ ਪਤਾ ਕਿ ਜੇ ਓਵਰਲੈਪਿੰਗ ਜ਼ਿਆਦਾ ਤਾਂ ਬੌਂਡ ਸਟਰੋਂਗ ਹੈ, ਤਾਂ ਇਹਦੇ ਵਿੱਚ ਸਿਗਮਾ ਬੌਂਡ ਸਟਰੋਂਗ ਹੁੰਦਾ ਕਿਉਂਕਿ ਇਹਦੇ ਵਿੱਚ ਜਿਹੜੀ ਓਵਰਲੈਪਿੰਗ ਆ ਉਹ ਜ਼ਿਆਦਾ ਹੈ। ਪਾਈ ਦੇ ਵਿੱਚ ਗੈਪ ਪੈ ਜਾਂਦਾ ਅਤੇ ਇਹ ਬੌਂਡ ਵੀਕ ਹੁੰਦਾ। ਇਹ ਬੌਂਡ ਸਟਰੋਂਗ ਹੈ, ਇਹ ਬੌਂਡ ਕੀ ਹੈ, ਵੀਕ ਹੈ। ਠੀਕ ਹੈ, ਅਤੇ ਅੱਗੇ ਆਪਣੇ ਕੋਲੇ ਕੀ ਹੈ, ਇਹਦਾ ਡਿਫਰੈਂਸ ਹੈ ਸਿਗਮਾ ਅਤੇ ਪਾਈ ਦੇ ਵਿੱਚ। ਡਿਫਰੈਂਸ ਬਿਟਵੀਨ ਸਿਗਮਾ ਬੌਂਡ ਐਂਡ ਪਾਈ ਬੌਂਡ, ਇਹ ਬਹੁਤ ਇੰਪੋਰਟੈਂਟ ਹੈ। ਪਹਿਲਾ ਪੁਆਇੰਟ ਕੀ ਹੈ ਕਿ ਸਿਗਮਾ ਬੌਂਡ ਸਟਰੋਂਗ ਹੁੰਦਾ, ਪਾਈ ਬੌਂਡ ਵੀਕ ਹੁੰਦਾ। ਸਿਗਮਾ ਬੌਂਡ ਕਿਹੜੀ ਓਵਰਲੈਪਿੰਗ ਨਾਲ ਬਣਦਾ, ਹੈਡ ਟੂ ਹੈਡ। ਪਾਈ ਕਿਹੜੀ ਨਾਲ ਬਣਦਾ, ਸਾਈਡ ਵਾਈਜ਼ ਨਾਲ। ਸਿਗਮਾ ਬੌਂਡ ਇਕੱਲਾ ਐਗਜ਼ਿਸਟ ਕਰ ਸਕਦਾ ਪਰ ਪਾਈ ਬੌਂਡ ਹਮੇਸ਼ਾ ਸਿਗਮਾ ਬੌਂਡ ਦੇ ਨਾਲ ਹੀ ਹੋਊਗਾ। ਜਿਵੇਂ ਆਪਾਂ ਸਿੰਗਲ ਅਤੇ ਡਬਲ ਬੌਂਡ 'ਚ ਵੇਖਦੇ ਹਾਂ ਕਿ ਜੇ ਡਬਲ ਬੌਂਡ ਹੈ ਤਾਂ ਇਹਦੇ 'ਚ 2 ਪਾਈ ਅਤੇ 1 ਸਿਗਮਾ ਹੈ। ਜੇ ਡਬਲ ਹੈ ਤਾਂ 1 ਸਿਗਮਾ ਅਤੇ 1 ਪਾਈ ਹੈ। ਜੇ ਸਿੰਗਲ ਹੈ ਤਾਂ ਉਹ ਇਕੱਲਾ ਸਿਗਮਾ ਹੈ, ਪਾਈ ਨਹੀਂ ਹੈਗਾ। ਦੈਟ ਮੀਨਸ ਇਕੱਲਾ ਕਿਹੜਾ ਬੌਂਡ ਐਗਜ਼ਿਸਟ ਕਰ ਸਕਦਾ, ਸਿਗਮਾ। ਪਾਈ ਹਮੇਸ਼ਾ ਸਿਗਮਾ ਦੇ ਨਾਲ ਹੀ ਐਗਜ਼ਿਸਟ ਕਰੂਗਾ। ਠੀਕ ਹੈ,
ਤਾਂ ਇਹਦੇ ਵਿੱਚ ਐਸ ਆਰਬਿਟਲਸ ਪਾਰਟਿਸਿਪੇਟ ਕਰਦੇ ਆ ਸਿਗਮਾ ਦੇ ਵਿੱਚ, ਪਾਈ 'ਚ ਨਹੀਂ ਕਰਦੇ। ਸਿਗਮਾ ਦੇ ਵਿੱਚ ਜਦੋਂ ਜਿਹੜੇ ਹੈਗੇ ਮੋਲੀਕੂਲਰ ਆਰਬਿਟਲ ਆ ਉਹ ਸਿਮੈਟਰੀਕਲ ਬਣਦੇ ਆ ਕਿਉਂਕਿ ਉਹਨਾਂ 'ਚ ਗੈਪ ਨਹੀਂ ਹੁੰਦਾ ਜਦੋਂ ਓਵਰਲੈਪਿੰਗ ਹੁੰਦੀ ਆ। ਠੀਕ ਹੈ, ਇਹਦੇ ਵਿੱਚ ਡਿਸਕੰਟੀਨਿਊਸ ਹੁੰਦਾ ਕਿਉਂਕਿ ਇਹਦੇ ਵਿੱਚ ਸੈਂਟਰ ਦੇ ਗੈਪ ਹੁੰਦਾ। ਉੱਪਰਲੀ ਲੋਬ ਉੱਪਰਲੀ ਨਾਲ ਕਰਦੀ ਹੈ ਓਵਰਲੈਪਿੰਗ, ਨੀਚੇ ਵਾਲੀ ਨੀਚੇ ਨਾਲ ਕਰਦੀ ਹੈ, ਅਤੇ ਸੈਂਟਰ ਦੇ ਵਿੱਚ ਕੀ ਹੋ ਜਾਂਦਾ, ਗੈਪ ਹੋ ਜਾਂਦਾ। ਅਤੇ ਇਹਦੇ ਵਿੱਚ ਜਿਹੜੀ ਹੈਗੀ ਸਿਗਮਾ ਬੌਂਡ 'ਚ ਫਰੀ ਰੋਟੇਸ਼ਨ ਪੋਸੀਬਲ ਹੈ, ਇਹਦੇ 'ਚ ਫਰੀ ਰੋਟੇਸ਼ਨ ਪੋਸੀਬਲ ਨਹੀਂ ਹੈਗੀ। ਫਰੀ ਰੋਟੇਸ਼ਨ ਦਾ ਕੀ ਮਤਲਬ ਹੁੰਦਾ ਆਪਣੇ ਕੋਲੇ ਕਿ ਜਿਵੇਂ ਆਹ ਬੌਂਡ ਹੈ, ਇਹਨੂੰ ਪੈਨ ਨੂੰ ਐਜ਼ ਅ ਬੌਂਡ ਕੰਸੀਡਰ ਕਰ ਲਓ। ਠੀਕ ਹੈ, ਇਹਦੇ ਇੱਕ ਐਂਡ 'ਤੇ ਜਿਹੜਾ ਹੈਗਾ ਉਹ ਹੋਏਗਾ ਆਪਣੇ ਕੋਲੇ ਐਟਮ ਹੈ, ਦੂਸਰੇ ਐਂਡ 'ਤੇ ਐਟਮ ਹੈ, ਦੋਨੋਂ ਐਂਡਸ 'ਤੇ ਐਟਮ ਹੈ ਜਦੋਂ, ਅਤੇ ਜਦੋਂ ਤੁਸੀਂ ਇਹਨੂੰ ਇਸ ਤਰ੍ਹਾਂ ਰੋਟੇਟ ਕਰਨਾ ਹੈ ਤਾਂ ਰੋਟੇਟ ਕਰ ਸਕਦੇ ਹੋ, ਉਹ ਫਰੀ ਰੋਟੇਸ਼ਨ ਹੁੰਦੀ ਹੈ। ਠੀਕ ਹੈ, ਫਰੀ ਰੋਟੇਸ਼ਨ ਕਿਉਂਕਿ ਸਿਗਮਾ ਬੌਂਡ ਹੀ ਹੈ, ਸਿੰਗਲ ਬੌਂਡ ਹੈ, ਤਾਂ ਇੱਦਾਂ ਕਰ ਸਕਦੇ ਹੋ। ਜਦੋਂ ਡਬਲ ਬੌਂਡ ਆ ਗਿਆ, ਡਬਲ ਬੌਂਡ ਆਊਗਾ ਤਾਂ ਪਾਈ ਆਊਗਾ, ਜਾਂ ਟ੍ਰਿਪਲ ਬੌਂਡ 'ਚ ਪਾਈ ਹੁੰਦਾ। ਉਹ ਜਦੋਂ ਬੌਂਡਸ ਆ ਜਾਂਦੇ ਆ ਉਹਨਾਂ ਦੀ ਪੋਜੀਸ਼ਨ ਇਸ ਤਰੀਕੇ ਨਾਲ ਹੁੰਦੀ ਹੈ ਕਿ ਇਹਨਾਂ ਦੇ ਪਰਪੈਂਡੀਕੂਲਰ ਹੁੰਦੇ ਆ, ਇਹਦੇ 90 ਡਿਗਰੀ 'ਤੇ ਹੁੰਦੇ ਆ। ਜੋ 90 ਡਿਗਰੀ 'ਤੇ ਹੋਣਗੇ ਤਾਂ ਤੁਸੀਂ ਉਹਨਾਂ ਨੂੰ ਇਸ ਤਰੀਕੇ ਨਾਲ ਰੋਟੇਟ ਨਹੀਂ ਕਰ ਸਕਦੇ। ਠੀਕ ਹੈ, ਰਿਸਟ੍ਰਿਕਸ਼ਨਸ ਹੋ ਜਾਂਦੀਆਂ ਨੇ। ਤਾਂ ਇਸ ਤਰੀਕੇ ਨਾਲ ਆਪਾਂ ਇਹਦੇ ਵਿੱਚ ਅਰਾਊਂਡ ਫਰੀ ਰੋਟੇਸ਼ਨ ਪੋਸੀਬਲ ਨਹੀਂ, ਇਹਦੇ ਅਰਾਊਂਡ ਫਰੀ ਰੋਟੇਸ਼ਨ ਹੈ ਜਿਹੜੀ ਉਹ ਪੋਸੀਬਲ ਹੈ। ਸੋ ਦਿਸ ਇਜ਼ ਆਲ ਅਬਾਊਟ ਓਵਰਲੈਪਿੰਗ ਕੰਸੈਪਟ। ਨੈਕਸਟ ਵੀ ਵਿਲ ਡਿਸਕਸ ਹਾਈਬ੍ਰਿਡਾਈਜੇਸ਼ਨ, ਨੈਕਸਟ ਟੋਪਿਕ।